ਬਰਗਾੜੀ ਅਤੇ ਕੋਟਕਪੂਰਾ ਮਾਮਲੇ ਨੂੰ ਲੈ ਕੇ ਰੱਖੀ ਪ੍ਰੈਸ ਕਾਨਫਰੰਸ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਐਸਆਈਟੀ ਦੀ ਰਿਪੋਰਟ ਖਾਰਿਜ ਹੋਣ ਤੋਂ ਬਾਅਦ ਸਰਕਾਰ ਦੇ ਵਕਾਰ ਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਐਸਆਈਟੀ ਦੀ ਜਾਂਚ ਰਿਪੋਰਟ ਜੋ ਸਰਕਾਰ ਕੋਲ ਹੈ ਉਸ ਨੂੰ ਜਨਤਕ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਨਵਜੋਤ ਸਿੱਧੂ ਅੱਜ ਸੀਐਮ ਸਿਟੀ ਪਟਿਆਲਾ 'ਚ ਆਪਣੇ ਗ੍ਰਹਿ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਜੀ 2017 ਦੇ ਵਿੱਚ ਦੋ ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਹੀ ਗਈ ਤੇ ਦੂਜੀ ਸਰਕਾਰ ਬਣਾਈ ਗਈ। ਉਹ ਦੋ ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ ਜਿਹਨਾਂ ਸਾਡੀ ਜਵਾਨੀ ਤੇ ਕਲੰਕ ਲਾਇਆ ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਇਨਸਾਫ ਦਾ ਮੁੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਹਨਾਂ ਨਾਲ ਬੇਇਨਸਾਫੀ ਹੋਈ। ਪੰਜਾਬ ਦੇ ਲੋਕ ਅੱਜ ਵੀ ਗੁਰੂ ਦੇ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਆ ਤੇ ਜੇ ਸੱਚ ਪੁੱਛੋ, ਮੈਂ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਤੇ ਜੇ ਸੱਚ ਪੁੱਛੋ ਉਮੀਦ ਛੱਡੀ ਬੈਠੇ 6 ਸਾਲ। ਅੱਜ ਵੀ ਆਸ ਨਾਲ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਸਵਾਲ ਬਣੇ ਖੜੇ ਆ ਸਾਡੇ ਮੂਹਰੇ। ਉਹ ਸਵਾਲ ਨੇ ਔਰ ਲੋਕ ਠੱਗੇ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਸਵਾਲਾਂ ਦੇ ਕੋਈ ਉੱਤਰ ਨਹੀਂ ਮਿਲੇ। ਪਹਿਲਾਂ ਮੈਂ ਉਹਨਾਂ ਤੇ ਆਉਣਾ ਜਿਨ੍ਹਾਂ ਚਿੱਟੇ ਦਾ ਦਰਿਆ ਵਗਾਇਆ ਪੰਜਾਬ 'ਚ ਔਰ ਪੀੜੀ ਉਸ ਕਗਾਰ ਤੇ ਖੜੀ ਕਰਤੀ ਵੀ ਲੋਕ ਕਹਿਣਗੇ ਡੁੱਬ ਗਈ ਉਹ ਡੁੱਬ ਗਈ। ਉਹਨਾਂ ਨੂੰ ਸਜ਼ਾ ਯਾਫਤਾ ਕਰਨ ਲਈ ਸਰਕਾਰ ਬਣੀ। ਐਸਟੀਐਫ ਦੀ ਸਥਾਪਨਾ ਹੋਈ। ਇੱਕ ਇਮਾਨਦਾਰ ਅਫਸਰ ਨੂੰ ਬਾਹਰੋਂ ਬੁਲਾਇਆ ਗਿਆ। ਲੋਕ ਉਹਦੇ ਨਾਲ ਜੋੜੇ ਗਏ, ਅਫਸਰ ਜੋੜੇ ਗਏ, ਕਰੋੜਾਂ ਰੁਪਏ ਖਰਚੇ ਗਏ। ਕੋਖ ਹੋਈ। ਰਿਪੋਰਟ ਬਣਾ ਕੇ ਸਬੂਤ ਦੇ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕੀਤੇ ਗਏ ਤੇ ਹਾਈ ਕੋਰਟ ਨੂੰ ਉਹ ਰਿਪੋਰਟ ਦੇ ਦਿੱਤੀ। ਜਦੋਂ ਕੁਝ ਅਰਸਾ ਬੀਤਿਆ ਤੇ ਲੋਕਾਂ ਨੇ ਬੂਹਾ ਖੜਕਾਇਆ ਹਾਈ ਕੋਰਟ ਦਾ ਵੀ ਇੰਨੀ ਦੇਰ ਕਿਉਂ? ਅਹਿਮ ਮੁੱਦੇ ਤੇ ਇਸ ਵਿੱਚ ਦੇਰ ਕਿਉਂ? ਇਹ ਸਵਾਲ ਪੁੱਛਿਆ ਗਿਆ ਤੇ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਆ ਲਓ ਰਿਪੋਰਟ, ਆ ਲਓ ਰਿਪੋਰਟ, ਲਓ ਐਕਸ਼ਨ ਤੇ ਕਰੋ ਕਾਰਵਾਈ। ਰਿਪੋਰਟ ਟੀਵੀ ਤੇ ਲਾਈਵ ਚੱਲੀ, ਨੈਸ਼ਨਲ ਚੈਨਲ। ਮੈਂ ਬੇਖੌਫ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਔਰ ਸ਼ਰੇਆਮ ਸਬੂਤ ਪੇਸ਼ ਕੀਤੇ, ਪਰ ਸਰਕਾਰ ਕਹਿੰਦੀ ਅਸੀਂ ਪੜ੍ਹੀ ਨਹੀਂ। ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ, ਲੱਖਾਂ ਦੀਆਂ, ਲੱਖਾਂ ਘਰ ਬਰਬਾਦ ਹੋ ਗਏ। ਕੀ ਇਹ ਮੁੱਦਾ ਇੰਨਾ ਅਹਿਮ ਨਹੀਂ ਕਿ ਤੁਸੀਂ ਉਸ ਰਿਪੋਰਟ ਨੂੰ ਪੜ੍ਹ ਸਕੋ? ਰਿਪੋਰਟ ਉੱਤੇ ਐਕਸ਼ਨ ਲੈ ਸਕੋ?
ਕੀ ਇਹ ਗੱਲ ਕੋਈ ਮੰਨ ਲੂ? ਇਹ ਕਿਸੇ ਨੂੰ ਹਜਮ ਹੋ ਜੂ? ਇਹ ਗੁਰੂ ਘਰ ਜਲਦ ਹੀ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ। ਇਸ ਬਾਰੇ ਭੁਪਿੰਦਰ ਸਿੰਘ ਭਿੰਦਾ ਬੇਗੋਵਾਲੀਆ ਨੇ ਆਪਣਾ ਪੰਜਾਬ ਦੇ CEO ਸਰਦਾਰ ਗੁਰਮੀਤ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁਰੂ ਘਰ ਕਰੀਬਨ 26,000 ਸਕੁਅਰ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਸਿੱਖ ਧਰਮ ਦੇ ਸਿਧਾਂਤ ਚੋਹ ਵਰਨਾ ਕੋ ਸਾਂਝਾ ਨੂੰ ਸਮਰਪਿਤ ਹੈ। ਰਿਪੋਰਟ ਤੇ ਬੈਠੀ ਹੈ। ਮੈਂ ਪੁੱਛਣਾ ਚਾਹਨਾ ਕਿਉਂ? ਵਾਈ? ਕੋਈ ਕਾਰਨ ਦੱਸੋ। ਇਸੇ ਕਰਕੇ ਕਹਿਣਾ ਵੀ ਸਾਰਵਜਨਿਕ ਕਰੋ, ਲੋਕਾਂ ਦੀ ਅਦਾਲਤ ਪੇਸ਼ ਕਰੋ, ਲੋਕਾਂ ਸਾਹਮਣੇ ਤੱਥ ਆਉਣ। ਫਿਰ ਤੁਸੀਂ ਅਫਸਰ ਲਾਤਾ, ਉਹਨੂੰ ਉਹਦਾ ਮੁਕਤ ਕਰ। ਕੀ ਇਨਾਮ ਦਿੱਤਾ? ਇਨਾਮ ਮਿਲਿਆ ਉਹਨੂੰ? ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਅਪ੍ਰੈਲ ਦਿਨ ਐਤਵਾਰ ਦੁਪਹਿਰ 2:30 ਵਜੇ ਗੁਰੂ ਘਰ ਵਿਖੇ ਇਕੱਤਰ ਹੋ ਕੇ ਆਪਣੇ ਵਿਚਾਰ ਦੇਣ ਤਾਂ ਜੋ ਗੁਰੂ ਘਰ ਦਾ ਪ੍ਰਬੰਧਨ ਹੋਰ ਵਧੀਆ ਢੰਗ ਨਾਲ ਕੀਤਾ ਜਾ ਸਕੇ। ਇਸ ਮੌਕੇ ਮਹਿੰਦਰ ਸਿੰਘ ਗਿਲਜੀਆਂ ਤੋਂ ਇਲਾਵਾ ਭਿੰਦਾ ਬੇਗੋਵਾਲੀਆ, ਚੇਅਰਮੈਨ ਪਬਲਿਕ ਰਿਲੇਸ਼ਨਸ ਅਤੇ ਕਮੇਟੀ ਦੇ ਹੋਰ ਮੈਂਬਰ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਗੁਰੂ ਘਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਮਹਿੰਦਰ ਸਿੰਘ ਗਿਲਜੀਆਂ ਤੇ ਭਿੰਦਾ ਬੇਗੋਵਾਲੀਆ ਵੱਲੋਂ ਆਈ ਕਮੇਟੀ ਦੇ ਆਗੂਆਂ ਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ। ਇਹ 'ਚ ਮੈਂ ਕੁਝ ਨਹੀਂ ਬਾਜੀ, ਵੱਡਾ ਆਕਾ ਤੇ ਉਹ ਸੀ। ਇਹ ਉਹ ਕਹਿੰਦਾ ਫਿਰ ਤੁਸੀਂ ਉਹਨੂੰ ਅੰਦਰ ਦੇ ਰੱਖਿਆ। ਕਹਿਣ ਦੀ ਲੋੜ ਹੈ ਕੁਛ? ਭਾਈ ਜੇ ਤੁਸੀਂ ਭੋਲੇ ਦੀ ਨਹੀਂ ਸੁਣਨੀ ਤੇ ਬਿੱਟੂ ਔਲਖ ਦੀ ਸਟੇਟਮੈਂਟ ਸੁਣ ਲਓ। ਭਾਈ ਉਹ ਕੀ ਕਹਿੰਦਾ? ਉਹ ਵੀ ਤੇ ਇਹੀ ਕਹਿੰਦਾ ਹੈ। ਉਹ ਕਹਿੰਦਾ ਇਹਦੇ ਛੋਟੇ ਆ, ਐਵੇਂ ਹੀ ਬਹੁਤ ਥੱਲੜੇ ਲੈਵਲ ਤੇ ਆ। ਜਦੋਂ ਉੱਤੇ ਜਾ ਕੇ ਤੇ ਵੇਖੋ ਵੀ ਕਿਹਦੀ ਹਦਾਇਤ ਤੇ ਕੰਮ ਕਰਦੇ ਆ, ਫਿਰ ਤੁਸੀਂ ਰਿਪੋਰਟ ਪੜ੍ਹ ਕੇ ਵੇਖੋ, ਤੁਹਾਨੂੰ ਸਾਰਾ ਕੁਝ ਪੋਤੜੇ ਜਾਣਗੇ ਖੁੱਲ। ਤੁਸੀਂ ਸੱਚ ਨੂੰ ਕਿਉਂ ਨਹੀਂ ਸੁਣਨਾ ਚਾਹੁੰਦੇ? ਤੁਸੀਂ ਰਿਪੋਰਟ ਨੂੰ ਕਿਉਂ ਨਹੀਂ ਦੇਖਣਾ ਚਾਹੁੰਦੇ? ਤਾਂ ਹੀ ਲੋਕਾਂ ਦਾ ਵਿਸ਼ਵਾਸ ਟੁੱਟ ਉੱਠਿਆ। ਹੁਣ ਆਉਣਾ ਮੈਂ ਪੰਜਾਬ ਦੇ इंसाफ के सब तो अहम मुद्दे दे उत्ते, जो पंजाब दी रूह दे उत्ते वार सी, आत्मा ते आघात सी। गुरु साहब दी बेअदबी दा मुद्दा कदे ना भरन वाला, अजे भी रसन वाला नासूर। सरकार ने इंक्वायरी कमीशन बनाया भाई, कमीशन के मुखी जस्टिस रंजीत सिंह नियुक्त किए, रिटायर। पड़ताल करके प्राइमा फशाई एविडेंस सारे पंजाबियों को समझा दें, जिहड़ा दिखदा है वो सबूत। दोषियों के नाम सार्वजनिक करके कहा कि इन्हां दे उत्ते कॉगनिजेबल ऑफेंस बनता। कॉगनिजेबल, मैं एक वकील हाँ, कॉगनिजेबल ऑफेंस उसका मतलब कि बहुत सीरियस किस्म का दोष लगता है। समझाऊं, बहुत सीरियस किस्म का दोष लगता भी दो बंदे मर गए, ते काठियां दे चारा पंजां दे गोली वजी। ऑफेंस बनता। पंजाब विधान सभा दे विच स्पैशल सैशन बनाया गया भाई जी।
रिपोर्ट टेबल की गई, सार्वजनिक होगी, टेबल होगी, लोगों के नुमाइंदियां जा गई, 2-2 लाख का एक बंदा नुमाइंदा है, वो सार्वजनिक होगी। रिपोर्ट पब्लिक करती, जिन्हां ते दोष लगे सी वो ते मैदान छड्ड के भज गए, विधान सभा चों ही भज गए। तुहानूं पता लगू भी ये गल कित्थे तक जाती है। पर सारी दुनिया ने देखा, लाइव चलिया हो, सारी दुनिया ने देखा मेरे जगत गुरु, दुनिया के गुरु, सृष्टि के मालक दे बारे 100 MLA ने की कहा, इकट्ठे होके एकमुठ एकजुट होके की कहा, नाम ले लेके पुलिस वालियां दे साजिश बेनकाब की थी। और क्या कार्रवाई करो, रेजोल्यूशन पे आ, कोई शक, रेजोल्यूशन पे। फिर मैं पूछता हूं उस तो बाद इन्वेस्टिगेशन एजेंसी कौन है भाई? कौन है इन्वेस्टिगेशन एजेंसी? स्टेट सब्जेक्ट है। इन्वेस्टिगेशन एजेंसी स्टेट है, पंजाब सरकार है। पंजाब के लोगों को कोई समझा दे, कोई, मैं कहना कोई समझा दे कि FIR दे विच किसी का नाम क्यों FIR गोली कांड दे विच पुलिस वाले कौन सी भाई जी? चुप। गोली कांड च पुलिस वाले कौन सी? हुक्म देने वाले कौन सी? निक्के न्याणियां नूं नहीं पता, चुने नुमाइंदियां नूं पता है। पंजाब दे लोकां नूं पता है। क्यों? क्योंकि कमीशन ने प्राइमा फशाई एविडेंस दिता और कहता कि कॉग्निजेबल ऑफेंस बनता है ते गुनाह। और की है, करो कार्रवाई। जदों जुर्म आइडेंटिफाई हो गया, जुर्म करने वाले आइडेंटिफाई हो गए, फिर तुसी जुर्म ते ही क्यों खड़े हो? जुर्म करने वालियां दे ना क्यों नहीं दिंदे भाई? तुसी चार्जशीट क्यों नहीं दी? मैं क्या अज कर कोई चीज करो, देखो टक देने काबल पुलिस है। मैं उत्थे विधान सभा दे विच भी ये जिहड़ी चेन ऑफ कमांड है, हायरकी, सब तो उत्ते कौन हुंदा है, तो फिर एक चेन ऑफ कमांड हुंदी है। मैं जिथे सिरा लगता है, जिथे गल मुकदी है, सुन लियो, और ऊपर इंस्पैक्टर और ऊपर, IG कहना और ऊपर, ते और ऊपर फिर मैं उस कमांड सेंटर का आखिरी कड़ी जोड़ी सी, DGP ते चीफ मिनिस्टर प्रकाश सिंह बादल साहब की गलबात रात को 2:30 बजे, 2 फोन। कोई शक रह गया? कोई शक रह गया? फिर थोड़ी FIR दे विच किसी पोलिटिकल बंदे दे उत्ते चार्जशीट क्यों नहीं पाई? मैं बड़ा सबर नाल देखिया,
जब तक एंड तक पहुंची नहीं गल तब तक मैं बोलिया नहीं। तो मैं मकसद नाल गया सी उत्थे गुरुद्वारा गुरजवार सिंह साहब, वो कड़ी का पहला हिस्सा सी, अज दूजा जोड़दा चलिया जाऊँ। और मैं कह के पहली लाइन बोली सी, मैं सारी साजिश बेनकाब कर दूं। भाई जी सारिਆਂ तो वड्डा सवाल पंजाब दे सामने की है कि वो डिसीजन मेकर का नाम कित्थे है, उसका नाम क्यों नहीं? क्योंकि जदों तुसीं अणपछातियां दे उत्ते FIR दिंदे हो, किसी भी कानूनकार नूं पुछ लो, मेरे फादर तो एडवोकेट जनरल रहे, सरदार दरबारा सिंह दी मिनिस्ट्री च एडवोकेट जनरल सी। किसी कानूनकार नूं पुछ लो कि जदों तुसीं मुजरम नूं प्रोटैक्शन देनी हुंदी है, जदों उहदे ते सुरक्षा कवच पाउणा हुंदा है, ते तुसीं उहदा नाम नहीं दिंदे FIR च, अणपछातियां दे पा दिंदे। ਉਹਦੇ ਕਾਰਨ ਇਹ ਨੇ, सारा पंजाब सुने, मामला मेरे गुरु का है और मेरे वर्गे खरबां दा, कोई नफे नुकसान नहीं इत्थे। जदों तुसीं अणपछातियां ते दिंदे हो अरैसट नहीं पैंदी, ते जदों तुसीं कोख करके प्राइमा फेशियाई एविडेंस लैके तुसीं FIR च नाम पाउने हो, तो फिर जो कॉगनिजेबल ऑफेंस बनता जी, 7 साल तो उत्ते की कैद है, अरैसट पैंदी है, ठा कर दी, कार्रवाई अंजाम तक पहुंचती है। इत्थे सारी तुहाडी देखो कानून चलता है इंटेंशन ते, कानून चलता है मोटिव ते। एक की इंटेंट सी भाई, मैं वकीलों ते भी आऊं, एक की इंटेंट सी कि तुसी केस दी बुनियाद धरी हुई नहीं। जाओ किसी वकील को पूछ लो भी किसी केस दी बुनियाद की हुंदी है, वो कहूगा कि बुनियाद फर्स्ट इंफॉर्मेशन रिपोर्ट है, FIR। तुसी बुनियाद ही नहीं रखी, तुसी हवा च ही रखे सब कुछ। भी किसी दे कनेड़े चलाती, कदे बंदूक, कदे किसी दे लमका दो। भाजी मेरी लड़ाई अज भी सिस्टम नाल है जिहड़ा सानू फेल कर रहा है। जे निजी हुंदी ते गल ही काहदी सी? ये सिस्टम है, वो ये फेलियर का प्रतीक है। ये साफ दर्शाता कि थोड़ी इंटेंट की है। इंटेंट मनसूबा, मनशा, सारा समझाऊं। फिर भाई जी जदों बुनियाद ही है नहीं, नाम ही है नहीं, फिर लै आओ किड्डे तो किड्डा वड्डा वकील, वो की कर लू? वो की कर लू? बगैर बुनियाद किवें खड़ी करोगे इमारत? तैजू। पर फिर भी पंजाब सरकार, चलो सरकार, भाई जी सरकार, सरकार जिहदे वकार ते सवाल, सरकार दा वकार, उहदी इंटेंट नाल, लुका छिपी नाल नहीं, लुका छिपी खेले जाओ ना, हुण नहीं हो चलना, हुण ते इंटेंट है। थोड़े मुकदमियां दे विच मुकुल रोहतगी, चिदंबरम साहब, नामी ग्रामी है जी, दुष्यंत दवे साहब दावा पेश करते रहे, दावा दवे, ते गुरु साहब आदि अनंत, जिन्हां तो वड्डी अहमियत पंजाब जिउंदा ही उन्हां दे नाम ते।
ਉਹਨਾਂ ਦੇ ਕੇਸ ਦੇ ਵਿੱਚ ਐਡਵੋਕੇਟ ਜਨਰਲ ਪੇਸ਼ ਨਹੀਂ ਹੁੰਦਾ। ਚਲੋ ਵੱਡੇ ਵਕੀਲਾਂ ਦੀ ਤਾਂ ਗੱਲ ਹੀ ਛੱਡੀ, ਕੀ ਕਹਿਣ ਦੀ ਲੋੜ ਹੈ ਕੁਛ ਹੈ ਜੀ? ਕਿ ਇਨਵੈਸਟੀਗੇਸ਼ਨ ਏਜੰਸੀ ਨੂੰ ਇਹ ਪਤਾ ਨਹੀਂ ਸੀ ਵੀ FIR ਕਿਵੇਂ ਹੋ ਰਹੀ ਹੈ? ਭਾਈ ਜੀ 2015 ਚ ਲੈ ਲਓ, 2015 ਤੇ ਵੀ FIR ਅਣਪਛਾਤਿਆਂ ਦੇ ਨਾਂ, ਜੇ ਨਾ ਪਾਏ ਤੇ ਜਿਨ੍ਹਾਂ ਤੇ ਤਸ਼ੱਦਦ ਹੋਈ ਉਹਨਾਂ 14 ਬੰਦਿਆਂ ਦੇ ਪਾਤੇ। ਪੰਥਪ੍ਰੀਤ ਹੋਣੀ, ਨਾਲੇ ਖਦੇੜਿਓ ਤੁਸੀਂ ਉਹਨਾਂ ਨੂੰ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ, ਗੁਰੂ ਦੇ ਇਨਸਾਫ ਮੰਗਦਿਆਂ ਨੂੰ, ਨਾਲੇ ਉਹਨਾਂ ਦੇ ਗੋਲੀਆਂ ਭਰਾਓ, ਨਾਲੇ ਉਹਨਾਂ ਤੇ FIR ਪਾਓ। ਜੇ ਤੁਸੀਂ FIR ਪਾਉਂਦੇ ਹੋ, ਕ੍ਰੋਸ FIR ਪੈਂਦੀ ਹੈ ਤੇ ਦੋਨੇ ਪਾਸੇ ਪੈਂਦੀ ਹੈ। ਤਸ਼ੱਦਦ ਕਰਨ ਵਾਲਿਆਂ ਤੇ, ਪੁਲਿਸ ਵਾਲਿਆਂ ਤੇ, ਜੁਰਮ ਕਰਨ ਵਾਲਿਆਂ ਤੇ ਕੋਈ FIR ਨਹੀਂ। ਅਣਪਛਾਤੇ ਜਿਨ੍ਹਾਂ ਤੇ ਹੋ ਰਹੀ ਹੈ ਉਹਨਾਂ ਦੇ ਨਾਂ ਲੈ ਕੇ ਉਹਨਾਂ ਤੇ FIR ਕਿਉਂ? ਬਈ ਸਬਰ ਕੀਤਾ ਪੂਰਾ, ਕੋਈ ਇਹ ਨਾ ਕਹੇ ਵੀ ਮੌਕਾ ਨਹੀਂ ਮਿਲਿਆ। ਪਰ ਬਾਈ ਜੀ ਮੈਂ ਸਿੱਟ ਦੀ ਰਿਪੋਰਟ ਸਾਰਵਜਨਿਕ ਕਰਨ ਨੂੰ ਕਿਉਂ ਕਹਿਣਾ? ਮੈਂ STF ਦੀ ਰਿਪੋਰਟ ਸਾਰਵਜਨਿਕ ਕਰਨ ਨੂੰ ਕਿਉਂ ਕਹਿਣਾ? ਕਿਉਂਕਿ ਜਸਟਿਸ ਰਣਜੀਤ ਸਿੰਘ ਦੀ ਜਦੋਂ ਰਿਪੋਰਟ ਸਾਰਵਜਨਿਕ ਹੋਈ, ਮੈਂ ਉੱਥੇ ਪਹਿਲਾ ਬੰਦਾ ਜਿਹਨੇ ਜਾ ਕੇ ਕਿਹਾ ਹੈ ਸੱਚ ਸਾਹਮਣੇ ਆਊ, ਇੰਟੈਂਟ ਸਾਹਮਣੇ ਆਊ, ਮੋਟਿਵ ਸਾਹਮਣੇ ਆਊ, ਮਨਸ਼ਾ ਮਨਸੂਬਾ ਸਭ ਸਾਹਮਣੇ ਆਊ ਪੰਜਾਬ ਦੇ ਲੋਕਾਂ ਦੇ, ਤੇ ਫੈਸਲਾ ਕਰਨ ਵਾਲਾ ਕੌਣ ਹੈ? ਭਾਈ ਗੁਰੂ ਦੀ ਅਦਾਲਤ ਕਿੱਥੇ ਹੈ? ਮੈਂ ਤੇ ਉਸ ਅਦਾਲਤ ਨੂੰ ਜਵਾਬ ਦਈ ਹਾਂ, ਆਤਮਾ ਦੀ ਅਦਾਲਤ ਖੜ ਕੇ ਗੱਲ ਕਰਦਾ। ਉਹ ਅਦਾਲਤ ਲੋਕਾਂ ਦੀ ਹੈ ਬਾਈ ਜੀ, ਲੋਕ ਫੈਸਲਾ ਕਰ ਰਹੇ ਹੈ, ਦੇਖ ਲਓ ਕਰ ਰਹੇ। ਕਿਸੇ ਪੋਲੀਟੀਸ਼ੀਅਨ ਦੇ ਵਾਸਤੇ ਇਸ ਤੋਂ ਵੱਡੀ ਸਜ਼ਾ ਹੈ ਕਿ ਉਹ ਘਰੋਂ ਬਾਹਰ ਨਾ ਨਿਕਲ ਸਕੇ, ਕੰਧਾਂ ਟੱਪ ਕੇ ਭੱਜੇ, ਗੁਰੂ ਘਰ ਜਾਵੇ ਔਰ ਗੁਰੂ ਘਰ 'ਚ 30-40 ਹਜ਼ਾਰ ਦੀ ਸੰਗਤ ਕਹੇ ਮੁਰਦਾਬਾਦ। ਨਿੱਕੇ ਬੱਚੇ, ਮਾਤਾਵਾਂ, ਮੇਰੀਆਂ ਭੈਣਾਂ, ਤੇ ਮੈਂ ਅੱਜ ਠੋਕ ਕੇ ਕਹਿਣਾ ਉਸ ਗੁਰੂ ਦੀ ਵਫਾ ਨਾਲ ਕਹਿਣਾ, ਐਵੇਂ ਨਹੀਂ ਮੈਂ ਕਹਿੰਦਾ ਕੂਕਰ ਉਸ ਦਰ ਦਾ। ਕੂਕਰ 'ਚ ਵਫਾ ਹੁੰਦੀ ਹੈ ਮਿੱਤਰੋ, ਵਫਾ ਉਦੋਂ ਵੱਡੀ ਕੋਈ ਕੁਆਲਿਟੀ। ਮੈਂ ਕਹਿਣਾ ਕਿ ਨਾ ਉਹ ਲੱਭੇ ਹੈ। ਜਿਸ ਸਿਸਟਮ ਨੇ ਪਰਦੇ ਪਾਏ ਆ ਉਹਦਾ ਚਕਨਾਚੂਰ ਹੋਣਾ ਸੀ, ਇਸੇ ਕਰਕੇ ਹੋਇਆ। ਉਹ ਚਕਨਾਚੂਰ ਹੋਊਗਾ। ਔਰ ਜਿਹੜੇ ਕੱਪੜੇ ਵੀ ਪਾਉਂਦੇ ਆ ਲੱਭਣੇ ਉਹ ਵੀ ਨਹੀਂ। ਆ ਗਿਆ ਸਮਾਂ, ਆ ਗਿਆ ਸਮਾਂ। ਬਾਜੀ ਅਸੀਂ ਤੇ ਜ਼ਰਰੇ ਵੀ ਨਹੀਂ ਬ੍ਰਹਮਾਂਡ ਦੇ ਮਾਲਿਕ, ਆਦੀ ਅਨੰਤ, ਸਾਡੀ ਤੇ ਜ਼ਰਰੇ ਦੀ ਬਾਤ ਨਹੀਂ ਨਾ ਹੈ ਜੀ। ਮੈਂ ਸਿੱਟ ਦੇ ਉੱਤੇ ਤਦ ਕੋਈ ਟਿੱਪਣੀ ਕਰੂੰ ਜਦੋਂ ਸਿੱਟ ਦੀ ਰਿਪੋਰਟ ਮੇਰੇ ਕੋਲ ਹੋ। ਇਨਵੈਸਟੀਗੇਸ਼ਨ ਏਜੰਸੀ ਦੇ ਪਾਰਟ ਐਂਡ ਪਾਰਸਲ ਸਾਰੇ FIR ਕਰਾਉਣ ਵਾਲੇ। ਜਿੱਦਣ ਸਿੱਟ ਦੀ ਰਿਪੋਰਟ ਮੇਰੇ ਹੱਥ 'ਚ ਹੋਊ ਤੇ ਮੈਂ ਟਿੱਪਣੀ ਕਰੂੰ ਬਾਈ ਜੀ। ਮੈਂ ਕਿਤਾਬ ਦਾ ਕਵਰ ਦੇਖ ਕੇ ਉਹਦੇ ਬਾਰੇ ਅੰਦਾਜ਼ੇ ਨਹੀਂ ਲਾ ਸਕਦਾ। ਮੈਂ ਤੇ ਪੜੂ ਤੇ ਫਿਰ ਪਿਛਲੇ ਇੰਨਿਆਂ ਸਾਲਾਂ ਤੋਂ ਪੰਜਾਬ 'ਚ ਕਿੰਨੀਆਂ ਕੁ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ, ਇਹ ਮੇਰਾ ਅਨੁਭਵ ਹੈ। ਉਹ ਕਿੰਨੀਆਂ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ। ਪੰਜਾਬ ਦੇ ਵਿੱਚ ਸਿੱਟ ਦਾ ਮਤਲਬ ਹੈ ਸਿੱਟ ਡਾਊਨ, ਬਹਿ ਜਾਓ ਓਏ ਚੁੱਪ ਕਰਕੇ, ਇਹ ਮਤਲਬ ਹੈ ਸਿੱਟ ਦਾ। ਜਾਓ, ਸਿੱਧੂ ਕਹਿੰਦਾ ਗਲਤ ਪ੍ਰੂਫ। भाई जी गल तथ्यां के आधार पर की, ना काहू से दोस्ती ना काहू से बैर। सिद्धू ने हमेशा मंगी पंजाब की खैर, ते पंजाब की रूह मेरा गुरु है।
जितों सेध लेने ते आम बंदा पुछदा है कि जे असी उहदे नाल नहीं खड़ सकते, उहदे इंसाफ दे उत्ते राजनीति करते हैं, भाई जी कित्थे खड़े? आई रेस्ट माई केस। सिद्धू साहब एक सवाल है ਤੁਹਾਨੂੰ ਇਸ ਕੇਸ ਦੀ ਸਭ ਤੋਂ ਸਟਰੋਂਗ ਵਿਕਟ ਸੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ 4-5 ਸਾਲ ਮਿਹਨਤ ਲਾਈ ਇਸ ਪੂਰੇ ਮਸਲੇ ਤੇ ਅੱਜ ਗਵਰਨਰ ਹਾਊਸ ਤੱਕ ਖਬਰ ਆ ਰਹੀ ਹੈ, ਉਹ ਪਹੁੰਚ ਰਹੇ ਆ ਤੇ ਅਸਤੀਫਾ ਆਪਣਾ ਦੇ ਰਹੇ ਆ। ਤੋਂ ਪਹਿਲਾਂ ਸੀਐਮ ਨੂੰ ਭੇਜ ਚੁੱਕੇ ਨੇ, ਚੀਫ ਸੈਕਟਰੀ ਨੂੰ ਭੇਜ ਚੁੱਕੇ ਨੇ। ਹੁਣ ਲੱਗਦਾ ਕਿ ਉਹਨਾਂ ਦੇ ਅਸਤੀਫੇ ਦੇ ਨਾਲ ਕਿਤੇ ਨਾ ਕਿਤੇ ਕੈਪਟਨ ਸਰਕਾਰ ਦੇ ਅਵਿਸ਼ਵਾਸ ਜਿਹੜਾ ਪਹਿਲਾਂ ਤੋਂ ਹੀ ਲਗਾਤਾਰ ਖੜਾ ਹੋ ਰਿਹਾ ਉਹ ਇੱਕ ਵਾਰ ਫਿਰ ਤੋਂ ਸਟਰੋਂਗ ਹੋ ਗਿਆ। भाई जी सरकारां की हुंदियां गुरु अगे की ने की ने मैं तुहानूं पुछ रहा ना, जवाब भी दे रहा की ने भाई। सरकारां सरकूरां दा कोई ओह नहीं है, इत्थे गुरु दा मामला है। पंजाब ना हिंदू ना मुसलमान, पंजाब जीवे, गुरां दे नाम दे। मैनूं STF दी रिपोर्ट दे, सिट दी रिपोर्ट ते गल फेर करी। मैं गल आधार दी करदा, आधार दे पहला मित्रा, फिर उत्थे आवां। सर इहते कार्रवाई करदे जी की जारो करोगे कार्रवाई दे यकीनी हो? भाई जी इदों वध हुण की कह दे, विधान सभा च खड़ के कह दे, सुन लो और ऊपर और देख लो की कहा, कड़ी ना किथे किथे कड़ी जुड़ी, देख लो किथे हर चीज़ दे उत्ते, ठीक है। उदों बाद वेट किया, ठीक है। तो अज मैं फिर कहना इस मेरी तेरी कुछ नहीं, इस सरकार कुछ नहीं मित्रा, इस सर्वोच्च है, सब तो उच्चा। इस मामले ते कैप्टन साहब ने दोबारा मीटिंग कर चर्चा मित्र प्यारे लोड़ है, एक मिनट है, ये सारा कुछ सामने नहीं। भाई जी मैनू एक गल दस, FIR मैं दी भाई, भाई जी मेरी गल नूं सुन, तो इन्वेस्टिगेशन एजेंसी ने FIR देती, वो कुआश काहदे ते हुई है, की तत्थ आउणगे सामने उहदे ते गल करांगे। हुण काहदे लई गल करदी है? जे तुहानूं लगदा तुसीं दस रहे हो इन्ना कुछ हो गया, तुहानूं लग रहा हुण तुहाडा फैसला सियासी की है? भाई जी मेरी गल नूं सुन लो, फैसले करने नाल सब कुछ हो जाता। मेरी गल सुनो, मेरा फैसला इस चीज़ नूं किवें इफैक्ट कर दूँ? दस मिनट ਇਹਦਾ ਚ ਮੇਰਾ ਇੱਕ ਮਿੰਟ, ਇਹਦੇ ਚ ਮੇਰੇ ਫੈਸਲੇ ਦਾ ਕੋਈ ਕੰਸਰਨ ਹੀ ਨਹੀਂ ਹੈ। ਆਪਾਂ ਮੁੱਦੇ ਦੀ ਗੱਲ ਕਰੀਏ, ਫਿਰ ਤੁਸੀਂ ਮੇਰੇ ਫੈਸਲੇ ਵੱਲ ਨੂੰ ਲੈ ਜਾਓਗੇ। ਮੈਂ ਇਹ ਫੈਸਲੇ ਵਾਲੀ ਗੱਲ ਹੀ ਨਹੀਂ ਇੱਥੇ ਛੋਟੇ ਵੀਰ, ਇਹ ਗੱਲ ਹੈਗੀ ਹੈ ਗੁਰੂ ਸਾਹਿਬ ਦੇ ਕੇਸ ਦੀ, ਇਹ ਗੱਲ ਹੈਗੀ ਆ ਡਰੱਗਸ ਦੇ ਕੇਸ ਦੀ, ਇਹ ਗੱਲ ਹੈਗੀ ਆ ਤੱਥਾਂ ਦੀ। ਇਹਦੇ 'ਚ ਮੇਰਾ ਫੈਸਲਾ ਕਿੱਥੋਂ ਇਨਵਰ? ਮੈਂ ਤਾਂ ਜ਼ਰਾ ਵੀ ਨਹੀਂ। ਅਸੀਂ ਵੀ ਤਾਂ ਹੀ ਕਹਿੰਦੇ ਆ ਵੀ ਜਿਨ੍ਹਾਂ ਲੋਕਾਂ ਤੋਂ ਤੁਸੀਂ ਨਾਲ ਰਹਿ ਰਹੇ ਹੋ, ਕਿਤੇ ਨਾ ਕਿਤੇ ਉਹ ਸਰਕਾਰ ਤੁਸੀਂ ਨਾਲ ਕਿਸੇ ਤਰੀਕੇ ਨਾਲ ਬਾਈ ਜੀ ਦੇਖੋ ਇੱਕ ਮਿੰਟ ਬਾਈ ਜੀ, ਤੁਸੀਂ ਰੋਟੀ ਨੂੰ ਸੋਚੀ ਕਿਉਂ? ਤੁਸੀਂ ਇਹ ਯਾਰ ਇਦਾਂ ਸਿਆਣਾ ਹੋ ਗਿਆ। ਦੇਖ ਇਹ ਦੇਖ ਇਹ ਕੁਛ ਚੀਜ਼ਾਂ ਦੱਸੀ ਦੀ ਨਹੀਂ, ਅੰਡਰਸਟੂਡ ਹੀ ਹੁੰਦੀਆਂ ਮਿੱਤਰਾ। ਇਹ ਤੇ ਤੇਰੇ ਤਾਂ ਦਵਾਈ ਧੁੱਪ ਦੇ ਵਿੱਚ ਥੋੜਾ ਚਿੱਟੇ ਹੋਏ ਨਾ। ਹਾਂ ਫਿਰ ਤੂੰ ਐਵੇਂ ਨਾ ਗੱਲ ਕਰ। ਦੇਖੋ ਮੇਰੀ ਗੱਲ ਨੂੰ ਸੁਣ, ਇਹ ਕੋਈ ਅੱਜ ਨਹੀਂ ਮੈਂ ਕਰ ਰਿਹਾ, ਇਹ ਕੋਈ ਅੱਜ ਨਹੀਂ ਮੈਂ ਕਰ ਰਿਹਾ, ਇਹ ਸਾਲਾਂ ਦਾ ਕਰ ਰਿਹਾ, ਇਹ ਸਾਲਾਂ ਦਾ ਕਰ ਰਿਹਾ। ਕਿਉਂਕਿ ਕਿਸੇ ਨੂੰ ਇਹ ਸਵਾਲ ਪੁੱਛਣੇ ਪੈਣੇ ਆ। ਉਹ ਉਦੋਂ ਵੀ ਪੁੱਛੇ ਸੀ, 3 ਸਾਲ ਪਹਿਲਾਂ ਵੀ ਪੁੱਛੇ ਸੀ, ਵਿਧਾਨ ਸਭਾ 'ਚ ਹਰ ਥਾਂ ਤੇ ਪੁੱਛੇ। ਬਸ एडवोकेट जनरल तो लगता है कि किसी ना किसी जिम्मेदार है, क्योंकि आतंकवाद के काफी सवाल आज तक कुछ फूड वाशिंग का केस हो गया, और भी बहुत सारे बड़े। भाई जी मैं तो गवर्नमेंट वाज फॉर्म्ड सर ਤੁਹਾਨੂੰ ਇਹ ਜੀ ਵਿੱਚ ਬਹਿ ਕੇ ਵਧੀਆ ਲੜਾਈ ਹੋਈ यू सेड द प्रायर गवर्नमेंट वाज स्टॉप। भाई MLA हैगा ना, ਵਿੱਚ ਬਹਿ ਕੇ ਚੰਗੀ ਤਰ੍ਹਾਂ ਗੱਲ ਹੋ तेरे सामने देख ला, तेरे सामने हैगा। ਜਿਹੜੀ ਸਰਕਾਰ ਗੁਰੂਆਂ ਦੇ ਨਾਂ ਤੇ ਨਹੀਂ ਸਰ ਗੱਲ ਕਰਦੀ। 2017 the government was stopped and the new was made on 2 important issues. Yes. And you feel that the failure of reaching at a point of justice, it has dented the reputation? एक गल बड़े ध्यान नाल समझ लै, मेरा छोटे वीर उस तो अगली स्टेटमेंट देख, ਉਹਦੇ 'ਚ जवाब वो अज भी सवाल बन के साडे सामने खड़े, ਉਹ 'ਚ जवाब है।
ਸਰ ਅੱਜ ਲੇਟੈਸਟ ਇੱਕ ਜੀ। ਇੰਟਰਵਿਊ ਦੇ ਵਿੱਚ ਕੋਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਸਿੱਧੂ ਸਾਹਿਬ ਨੂੰ ਅਪਰੋਚ ਕੀਤੀ 2019 ਚ ਜਦੋਂ ਮੇਰੇ ਤੇ ਸਾਰਾ ਕੁਝ ਬੜਾ ਪ੍ਰੈਸ਼ਰ ਬਿਲਡ ਅਪ ਹੋਇਆ ਬਟ ਹੀ ਡਿਡ ਨਾਟ ਰਿਸਪੌਂਡ ਇਨ ਮੀ ਬੈਕ ਬਾਈ ਜੀ ਉਹਨਾਂ ਨੂੰ ਅਖਤਿਆਰ ਹੈ ਜੋ ਮਰਜ਼ੀ ਕਹਿਣ, ਬਟ ਯੂ ਮਸਟ ਕਲੈਰੀਫਾਈ ਔਨ ਕੋਈ ਜ਼ਰੂਰੀ ਹੈ ਇਹ ਵੀ ਮੈਂ ਜਵਾਬ ਦਿਆਂ? ਇਜ਼ ਇਟ ਕੰਪਲਸਰੀ? ਥੈਂਕ ਯੂ। ਓਕੇ। ਤੁਸੀਂ ਸਰ ਇੱਕ ਸਵਾਲ ਹੈ, ਤੁਸੀਂ ਬਹੁਤ ਕਲੀਅਰਲੀ ਕਿਹਾ ਵੀ ਕੌਣ ਜ਼ਿੰਮੇਵਾਰ ਸੀਗਾ, ਕਿਹੜੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ। ਜਦੋਂ ਹੀ ਹਾਈ ਕੋਰਟ ਦਾ ਹੁਕਮ ਆਇਆ ਨਾਲ ਦੀ ਨਾਲ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਤੇ ਤਾਂ ਹੁਣ ਤੱਕ ਇਲਜ਼ਾਮ ਨਹੀਂ ਲੱਗ ਰਹੇ, ਸਾਡਾ ਸਾਰਾ ਪਰਿਵਾਰ ਸੁਰਖਰੂ ਹੈ ਕੇਸ ਦੇ ਵਿੱਚ। ਬਾਈ ਜੀ ਜ਼ਿੰਮੇਵਾਰ ਕੌਣ? ਉੱਥੇ ਕੀ ਕਿਹਾ ਵਿਧਾਨ ਸਭਾ? ਡਿਸੀਜਨ ਲੱਗਦਾ ਗੁਰੂ ਡਿਸੀਜਨ ਕਿਹਨੇ ਲਿਆ? ਦੇਖ ਮੈਨੂੰ ਦੱਸ, ਜ਼ਿੰਮੇਵਾਰ ਕੌਣ ਹੈ ਡਿਸੀਜਨ ਲੈਣ ਦਾ? ਐਡਾ ਵੱਡਾ ਡਿਸੀਜਨ ਕਿੱਦਾਂ ਹੁੰਦਾ? ਉੱਪਰੋਂ ਆਉਂਦਾ ਨਾ ਹੁਕਮ। ਰਾਤੀ 2:30 ਵਜੇ ਕੀ ਗੱਲ ਹੁੰਦੀ ਸੀ? ਰਾਤੀ 2:30 ਵਜੇ ਚੀਫ ਮਿਨਿਸਟਰ ਕਿਸੇ ਨਾਲ ਗੱਲ ਕਰੂ? ਤੂੰ ਹੀ ਦੱਸ ਦੇ। ਓਕੇ ਜੀ, ਚੰਗਾ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।